अव्वल अल्लाह नूर अपाया कुदरत के सब बंदे एक नूर ते सब जग उपजा कौन भले कौन मंदे। ਗੁਰਬਾਣੀ ਦੇ ਇਸ ਸ਼ਬਦ ਦੇ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਦੁਨੀਆ ਦੇ ਵਿੱਚ ਕਈ ਸਾਡੇ ਕੋਲ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਜਿਨ੍ਹਾਂ ਨੂੰ ਵਾਹਿਗੁਰੂ ਵੱਲੋਂ ਪ੍ਰਮਾਤਮਾ ਵੱਲੋਂ ਕੋਈ ਨਾ ਕੋਈ ਕਰਮ ਕਰਨ ਨੂੰ ਮਿਲਿਆ ਹੁੰਦਾ। ਸਾਡੇ ਸਟੂਡੀਓ ਵਿੱਚ ਸਾਡੇ ਨਾਲ ਅੱਜ ਬਾਬਾ ਜੀ ਸੁਲੱਖਣ ਸਿੰਘ ਜੀ ਕਾਰ ਸੇਵਾ ਵਾਲੇ, ਜਿਹੜੇ ਕਿ ਪੰਜਾਬ ਹਿੰਦੁਸਤਾਨ ਤੋਂ ਪੰਜਵੜ ਦਾ ਏਰੀਆ ਤਰਨਤਾਰਨ ਡਿਸਟ੍ਰਿਕਟ ਤੋਂ ਆਏ ਹੈਗੇ ਆ। ਅਸੀਂ ਅੱਜ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਗੁਰਬਾਣੀ ਦੇ ਵਿਚਾਰ ਅਸੀਂ ਗੱਲਾਂ ਬਾਤਾਂ ਕਰਾਂਗੇ। ਉਹਨਾਂ ਦੀ ਕੀ ਸਾਡੀ ਦੇਣ ਹੈਗੀ ਸਾਡੀ ਸਮੁੱਚੀ ਸਾਡੀ ਕੌਮ ਨੂੰ, ਸਾਡੇ ਉਸ ਏਰੀਆ ਸਮਾਜ ਨੂੰ, ਕੁਛ ਅਸੀਂ ਗੱਲਾਂ ਬਾਤਾਂ ਉਹਨਾਂ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਬਾਬਾ ਸੁਲੱਖਣ ਸਿੰਘ ਜੀ ਨੂੰ ਅਸੀਂ ਜੀ ਆਇਆਂ ਆਖਦੇ ਹਾਂ। ਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਟੂਡੀਓ ਵਿੱਚ ਅਗੇਨ ਬਾਬਾ ਸੁਲੱਖਣ ਸਿੰਘ ਜੀ ਕਾਰ ਸੇਵਾ ਵਾਲੇ, ਜਿਹੜੇ ਕਿ ਪਿੰਡ ਪੰਜਵੜ ਡਿਸਟ੍ਰਿਕਟ ਤਰਨਤਾਰਨ ਤੋਂ ਸਾਡੇ ਵਿਰਾਜੇ ਨੇ। ਅਸੀਂ ਉਹਨਾਂ ਨਾਲ ਉਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਸਾਡੇ ਸਟੂਡੀਓ ਸਾਂਝਾ ਪੰਜਾਬ ਦੇ ਵਿੱਚ ਤੁਹਾਨੂੰ ਬਹੁਤ ਜੀ ਆਇਆਂ ਆਖਦੇ ਜੀ, ਖੁਸ਼ ਆਮਦੀਦ। ਤੁਸੀਂ ਜਿਹੜਾ ਵੀ ਸਾਡੇ ਨਾਲ ਕੋਈ ਸੰਦੇਸ਼ ਲੈ ਕੇ ਆਏ ਅਸੀਂ ਉਸੇ ਬਾਰੇ ਗੱਲਾਂ ਬਾਤਾਂ ਕਰਾਂਗੇ। ਜਿਵੇਂ ਕਿ ਗੁਰੂ ਨਾਨਕ ਸਾਡੀ ਜਿਹੜੀ ਸਿੱਖ ਕੌਮ ਜਿਹੜੀ ਹੈਗੀ ਆ, ਸਾਡੀ ਸ਼ੁਰੂਆਤ ਜਿਹੜੀ ਹੈਗੀ ਆ ਬਾਬਾ ਜੀ ਬਾਬਾ ਗੁਰੂ ਨਾਨਕ ਦੇਵ ਜੀ ਸਾਹਿਬ ਤੋਂ ਸ਼ੁਰੂ ਹੋਏਗੀ ਆ। ਉਹਨਾਂ ਦੀ ਧਾਰਨਾ ਸਾਲ ਉਹਨਾਂ ਨੇ ਸਾਡੀ ਸਮੁੱਚੀ ਕੌਮ ਨੂੰ ਕਿਸੇ ਇੱਕ ਧਾਗੇ 'ਚ ਪਰੋ ਕੇ ਸਾਡੇ 'ਚ ਲਿਆ ਜਾਂਦਾ ਹੈਗਾ। ਉਹਦੇ ਬਾਰੇ ਸੱਚੀ ਵਿੱਚ ਗੱਲਾਂ ਬਾਤਾਂ ਕਰਾਂਗੇ ਅੱਜ ਆਪਾਂ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰੇ ਭਰਮ ਭੇਦਾਂ ਦਾ ਭਰਮ ਭੇਦ ਸਾਰੇ ਮਿਟਾ ਦਿੱਤੇ। ਬਿਲਕੁਲ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਆਪਣਾ ਭਰਾ ਬਣਾ ਕੇ ਨਾਂ ਰੱਖਿਆ। ਬਿਲਕੁਲ ਜੀ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਉਦੋਂ ਇਸ ਸੰਸਾਰ ਦੇ ਵਿੱਚ, ਇਸ ਦੁਨੀਆ ਦੇ ਵਿੱਚ ਬਹੁਤ ਸਾਰਾ ਸ਼ੂਦਰ ਦਾ ਹੋਰ ਬਹੁਤ ਬੋਲ ਬਾਲਾ ਸੀ। ਬਿਲਕੁਲ ਜੀ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ, ਮਹਾਰਾਜ ਜੀ ਨੇ ਮਰਦਾਨੇ ਨੂੰ ਨਾਲ ਰੱਖਿਆ ਆਪਣੇ ਜੀ, ਦਿਨ ਤੇ ਰਾਤ ਉਹਨਾਂ ਦੇ ਨਾਂ ਰਹਿੰਦੇ ਸਨ। ਬਿਲਕੁਲ। ਇੱਕ ਪੰਗਤ ਵਿੱਚ ਹੀ ਪ੍ਰਸ਼ਾਦਾ ਛਕਦੇ ਸਨ ਉਹਨਾਂ ਨਾਲ। ਬਿਲਕੁਲ ਜੀ। ਤੇ ਜਿਹੜੇ ਦੂਸਰੇ ਲੋਕ ਸਨ ਉਹ ਰੌਲਾ ਪਾ ਰਹੇ ਸਨ। ਬਿਲਕੁਲ। ਉਹਨਾਂ ਲਈ ਹਾਹਾਕਾਰ ਮਚ ਗਈ ਸੀ ਜੀ ਵੀ ਇੱਕ ਸ਼ੂਦਰ ਬੰਦੇ ਨੂੰ ਨਾਲ ਲੈ ਕੇ ਇਹ ਗੁਰੂ ਨਾਨਕ ਸਾਹਿਬ ਜੀ ਕਿਉਂ ਤੁਰ ਰਹੇ ਨੇ। ਬਿਲਕੁਲ ਜੀ। ਦੇਖੋ, ਉਹ ਸਾਡੀ ਸਿੱਖ ਧਰਮ ਦੇ ਵਿੱਚ ਇੱਕ ਸ਼ੁਰੂਆਤ ਸੀ ਜਿਹੜੀ ਧੰਨ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਸ਼ੁਰੂਆਤ ਕੀਤੀ ਸੀਗੀ। ਜੋ ਆਪਾਂ ਮਰਜ਼ੀ ਗੱਲ ਕਰੀਏ ਜੀ, ਜਿਹੜੀ ਉਸ ਸਮੇਂ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜਿਹੜੇ ਸੀਗੇ ਉਹ ਇੱਕ ਬਹੁਤ ਹੀ ਪੜ੍ਹੀ ਲਿਖੀ ਸ਼ਖਸੀਅਤ ਸੀਗੀ, ਜਿਨ੍ਹਾਂ ਨੂੰ ਪਤਾ ਸੀ ਸਾਡੇ ਸਮਾਜ ਦੇ ਵਿੱਚ ਕੀ ਕੁਛ ਹੋ ਰਿਹਾ ਹੈਗਾ, ਇਹਨੂੰ ਕਿਵੇਂ ਸਹੀ ਕਿਸ ਤਰ੍ਹਾਂ ਕਰਨਾ ਹੈਗਾ। ਇਸ ਕਰਕੇ ਮੇਰੇ ਹਿਸਾਬ ਨਾਲ ਉਹਨਾਂ ਨੇ ਜਿਹੜੇ ਛੋਟੇ ਬੰਦੇ ਸੀਗੇ, ਜਿਵੇਂ ਦੂਜੇ ਆਪਣੇ ਮਰਦਾਨਾ ਜੀ ਨਾਲ ਲੈ ਲਏ ਹੈਗੇ ਆ, ਗਾਂ ਫਿਰ ਉਹਨਾਂ ਨੇ ਭਾਈ ਲਾਲੋ ਜੀ ਨਾਲ ਉਹਨਾਂ ਨੇ ਮਿਲਾਪ ਕੀਤਾ ਹੈਗਾ। ਸੋ ਉਹ ਜਿਹੜੇ ਛੋਟੇ ਬੰਦਿਆਂ ਨੂੰ ਉੱਪਰ ਚੱਕਣ ਦੀ ਜਿਹੜੀ ਧਾਰਨਾ ਸੀਗੀ, ਮੇਰੇ ਖਿਆਲ ਇਹ ਇੱਕ ਬਾਬਾ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਬਹੁਤ ਚੰਗੀ ਸ਼ੁਰੂਆਤ ਸੀ। ਭਾਈ ਲਾਲੋ ਜੀ ਕੋ ਜਦੋਂ ਪਹੁੰਚੇ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦਾ ਦਰਵਾਜ਼ਾ ਖੜਕਾਇਆ। ਜੀ। ਭਾਈ ਲਾਲੋ ਕੀ ਕਰ ਰਹੇ ਆ ਜੀ। ਕਹਿੰਦਾ ਬੋਲਦਾ ਜੀ ਅੱਗੋਂ ਮੈਂ ਕਿੱਲੇ ਕੱਢ ਰਿਹਾ। ਜੀ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਲਾਲੋ ਮਨ ਨੂੰ ਵੀ ਘੜਿਆ। ਬਿਲਕੁਲ ਜੀ। ਤੇ ਗੁਰੂ ਨਾਨਕ ਸਾਹਿਬ ਜੀ ਉੱਠ ਕੇ ਜੀ, ਭਾਈ ਲਾਲੋ ਨੇ ਭੱਜ ਕੇ ਉੱਠ ਕੇ ਦਰਵਾਜ਼ਾ ਖੋਲ੍ਹਿਆ। ਜੀ। ਜਦੋਂ ਦੋਵਾਂ ਸ਼ਖਸੀਅਤਾਂ ਦੇ ਦਰਸ਼ਨ ਕੀਤੇ ਜੀ, ਭਾਈ ਲਾਲੋ ਜੀ ਜੀ, ਚਰਨਾਂ ਦੇ ਟਹਿ ਪੈ ਗਏ। ਬਿਲਕੁਲ। ਉਹਨਾਂ ਨੇ ਐਸਾ ਭਰਮ ਭੇਦ ਮਟਾਇਆ ਕਿ ਦੂਈ ਦੁਆਇਤ ਦਾ ਨਾਸ਼ ਕਰ ਦਿੱਤਾ। ਬਿਲਕੁਲ। ਸੰਸਾਰ ਦੇ ਵਿੱਚ ਲੋਕਾਂ ਨੂੰ, ਸੰਸਾਰੀ ਲੋਕਾਂ ਨੂੰ ਗ੍ਰਸਤੀ ਜੀਵਨ 'ਚ ਜਿਉਣ ਦਾ ਦੱਸਿਆ, ਮਨੁੱਖੀ ਫਰਜ਼ ਪੂਰੇ ਕਰਦਿਆਂ ਸਮਾਜ ਵਿੱਚ ਵਿਚਰਦਿਆਂ ਰਹਿ ਕੇ ਉਹਨਾਂ ਕਿਹਾ ਜੀ ਵੀ ਤੁਸੀਂ ਗ੍ਰਸਤੀ ਜੀਵਨ 'ਚ ਰਹਿਣਾ। ਬਿਲਕੁਲ ਜੀ। ਤੇ ਕਈ ਲੋਕ ਉਸ ਟਾਈਮ ਤੇ ਆਪਣਾ ਜਿਹੜਾ ਘਰ-ਬਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ ਸਨ। ਬਿਲਕੁਲ ਜੀ। ਤੇ ਉਹਨਾਂ ਨੇ ਇਸ ਸ੍ਰਿਸ਼ਟੀ ਨੂੰ, ਕਾਇਨਾਤ ਨੂੰ ਸਿੱਧੇ ਰਸਤੇ ਪਾਇਆ। ਬਿਲਕੁਲ। ਉਸ ਤੋਂ ਉਪਰੰਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ, ਜੀ, ਅਕਬਰ ਬਾਦਸ਼ਾਹ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਬਿਲਕੁਲ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਵੀ ਸਾਡੇ ਦਰਸ਼ਨ ਕਰਨ ਤੋਂ ਪਹਿਲਾਂ ਬਿਲਕੁਲ।
ਤੋਂ ਲੰਗਰ 'ਚੋਂ ਤੁਸੀਂ ਪ੍ਰਸ਼ਾਦਾ ਛਕ ਕੇ ਆਓ। ਬਿਲਕੁਲ ਜੀ। ਬਾਬਾ ਧੰਨ ਗੁਰੂ ਅਮਰਦਾਸ ਬਾਬਾ ਜੀ ਨੇ ਜਿਹੜੀ ਸਾਡੀ ਲੰਗਰ ਦੀ ਪ੍ਰਥਾ ਜਿਹੜੀ ਹੈ ਸ਼ੁਰੂ ਕੀਤੀ ਹੈਗੀ ਆ, ਪਹਿਲੇ ਪੰਗਤ- ਸੰਗਤ ਤੇ ਪੰਗਤ 'ਚ ਬੈਠਣ ਦਾ ਪਹਿਲੇ ਸੰਦੇਸ਼ ਹੈ। ਪੰਗਤ ਪਾਸੇ ਸੰਗਤ। ਬਿਲਕੁਲ ਜੀ। ਉਹਨਾਂ ਨੇ ਭਰਮ ਭੇਦ ਊਚ ਨੀਚ ਦਾ ਜੀ ਭੇਦ ਭਾਵ ਮਿਟਾ ਦਿੱਤਾ। ਮਿਟਾ ਦਿੱਤਾ। ਬਿਲਕੁਲ ਜੀ। ਹਾਂਜੀ, ਬਿਲਕੁਲ ਜੀ। ਸਾਰੀ ਦੁਨੀਆ ਨੂੰ ਏਕਤਾ ਵਿੱਚ ਰਹਿਣ ਦੀ ਬਿਲਕੁਲ। ਉਹਨਾਂ ਨੂੰ ਸੋਝੀ ਬਖਸ਼ੀ ਵੀ ਤੁਸੀਂ ਰਲ ਕੇ ਇਸ ਤਰ੍ਹਾਂ ਰਹਿਣਾ ਹੈ। ਦੇਖੋ ਧੰਨ ਧੰਨ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਆਪਾਂ ਸ਼ੁਰੂਆਤ ਗੱਲ ਕੀਤੀ ਹੈਗੀ ਆ ਵੀ ਉਹਨਾਂ ਨੇ ਸਮੁੱਚੀ ਕੌਮ ਨੂੰ ਉਸ ਸਮੇਂ ਦੇ ਹਾਲਾਤਾਂ ਨੂੰ ਮੱਦੇਨਜ਼ਰ ਸਮਝਦਿਆਂ ਹੋਇਆਂ ਇਹ ਸਾਰੀ ਜਿਹੜੀ ਗੁਰਬਾਣੀ ਵੀ ਇੱਕ ਓਂਕਾਰ, ਜਿਹੜੇ ਲੋਕੀ ਭਰਮ ਭੁਲੇਖੇ 'ਚ ਤੁਰੇ ਫਿਰਦੇ ਸੀਗੇ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਜੰਗਲਾਂ ਵਿੱਚ ਜਾ ਕੇ ਰੱਬ ਲੱਭਣ ਦੀ ਕੋਸ਼ਿਸ਼ ਕਰਦੇ ਸੀ, ਪਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਗੱਲ ਕੀਤੀ, ਭਾਈ ਰੱਬ ਜੇ ਲੱਭਣਾ ਹੈ ਤਾਂ ਰੱਬ ਤੁਹਾਡੇ ਘਰੇ ਬੈਠਾ ਹੈਗਾ, ਤੁਹਾਡੇ ਮਨ ਦੇ ਵਿੱਚ ਹੈਗਾ। ਤੁਸੀਂ ਪਰਿਵਾਰ ਵਿੱਚ ਇੱਕ ਜੁਆਇੰਟ ਫੈਮਿਲੀ ਵਿੱਚ ਰਹਿ ਕੇ ਤੁਸੀਂ ਗ੍ਰਸਤੀ ਜੀਵਨ ਬਤੀਤ ਕਰਕੇ ਤੁਸੀਂ ਬਾਬਾ ਜੀ ਨੂੰ ਰੱਬ ਨੂੰ ਪ੍ਰਾਪਤ ਵੀ ਕਰ ਸਕਦੇ ਹੈਗੇ ਆ। ਪਰ ਇਹਦੇ ਨਾਲ ਇੱਕ ਹੋਰ ਵੀ ਜੇ ਆਪਾਂ ਇਹਨਾਂ ਦੀਆਂ ਐਗਜ਼ਾਮਪਲ ਲਈਏ ਤਾਂ ਬਹੁਤ ਇਹੋ ਜਿਹੀਆਂ ਜਿਹੜੀ ਐਗਜ਼ਾਮਪਲ ਹੈਗੀਆਂ ਜਿਨ੍ਹਾਂ ਐਗਜ਼ਾਮਪਲਾਂ ਦੇ ਨਾਲ ਇਸ ਸਮੁੱਚੀ ਜਿਹੜੀ ਉਸ ਸਮੇਂ ਦੀ ਕੌਮ ਸੀਗੀ ਜੀ ਅੱਜ ਵੀ ਉਹਨੂੰ ਭਰਮ ਭੁਲੇਖਿਆਂ 'ਚੋਂ ਕੱਢਿਆ। ਪਰ ਬਾਬਾ ਜੀ ਨੇ ਇੱਕ ਹਉਮੈ ਦੀ ਗੱਲ ਵੀ ਬਾਰੇ ਬਹੁਤ ਜ਼ੋਰ ਦਿੱਤਾ ਜੀ। ਜਿਹੜੇ ਲੋਕ ਹਉਮੈ ਦੇ ਬਹੁਤ ਪੁਜਾਰੀ ਸੀਗੇ, ਆਪਣੇ ਆਪ ਨੂੰ ਬਲੀ ਸਮਝਦੇ ਸੀਗੇ, ਇਹਦੇ ਬਾਰੇ ਜਿਵੇਂ ਸੁਕਰਾਤ ਦੀ ਗੱਲ ਕਰ ਲਓ ਹੈਗੇ ਆ, ਇਹਦੇ ਬਾਰੇ ਤੁਸੀਂ ਕੋਈ ਥੋੜਾ ਹਉਮੈ ਦੀਰਘ ਰੋਗ ਹੈ। ਬਿਲਕੁਲ ਜੀ। ਸੁਕਰਾਤ ਜਿਹੜਾ ਹੈ ਜੀ ਇਹ ਇੱਕ ਬਹੁਤ ਆਪਣੇ ਆਪ 'ਚ ਜੀ ਰੱਬ ਨੂੰ ਮਿਲਿਆ ਹੋਇਆ ਸੀ। ਬਿਲਕੁਲ ਜੀ। ਇੱਕ ਧਨਾੜ ਬੰਦਾ ਆ ਕੇ ਮਿਲਿਆ ਤੇ ਉਹ ਆਪਣੇ ਮਸਤੀ ਵਿੱਚ ਸੀ। ਬਿਲਕੁਲ ਉਹਨਾਂ ਕੋਲ ਇੱਕ ਕੁਰਸੀ ਪਈ ਸੀ। ਸੁਕਰਾਤ ਦੇ ਕੋਲ ਉਹਨਾਂ ਨੇ ਇਸ਼ਾਰਾ ਕੀਤਾ, ਬੈਠ ਜਾਓ। ਜੀ। ਉਹ ਸੁਕਰਾਤ ਦੇ ਉਹਨਾਂ ਨੇ ਉਹ ਆਪਣੇ ਕੁਰਸੀ ਤੇ ਬੈਠ ਗਿਆ। ਜੀ। ਉਹਨੇ ਉਹ ਧਨਾੜ ਬੰਦੇ ਨੇ ਕਿਹਾ, ਮੈਂ ਐਡਾ ਵੱਡਾ ਧਨਾੜ ਬੰਦਾ ਹਾਂ, ਮੈਂ ਸੁਕਰਾਤ ਨੂੰ ਜੀਆਂ ਕਿਹਾ। ਜੀ। ਤੇ ਜਦੋਂ ਕਿਹਾ ਉਹਦੇ ਵਿੱਚ ਹਉਮੈ ਹੰਕਾਰ ਸੀ, ਮੈਨੂੰ ਤੁਸੀਂ ਪਛਾਣਿਆ ਨਹੀਂ। ਜੀ। ਤਾਂ ਉਹ ਮੁਸਕਰਾ ਪਏ, ਹੱਸ ਪਏ। ਬਿਲਕੁਲ। ਉਹ ਉੱਠੇ, ਉਹਨਾਂ ਨੇ ਆਪਣੇ ਕਮਰੇ 'ਚੋਂ ਇੱਕ ਨਕਸ਼ਾ ਲਿਆਂਦਾ। ਜੀ। ਨਕਸ਼ਾ ਲਿਆ ਕੇ 2.5-3 ਇੰਚ ਦੀ ਲਕੀਰ ਸਾਰੇ ਖਿੱਚੀ, ਜੀ। ਸਾਰੇ ਵੱਖੋ ਵੱਖਰੇ ਦੇਸ਼ਾਂ ਦਾ ਦੱਸਿਆ। ਜੀ। ਉਹ ਜਨਾਨ ਦਾ ਰਹਿਣ ਵਾਲਾ ਸੀ। ਉਹਨਾਂ ਨੇ ਆਪਣੇ ਇਲਾਕੇ ਦੇ ਪਿੰਡ ਦਾ ਦੱਸਿਆ। ਸੁਕਰਾਤ ਕਹਿੰਦਾ, ਮੈਨੂੰ ਆਪਣਾ ਨਗਰ ਦੱਸ, ਘਰ ਦੱਸ, ਬਾਹਰ ਦੱਸ, ਜੀ। ਜੇ ਕਿਤੇ ਮੈਂ ਤੈਨੂੰ ਮਿਲਣਾ ਵਾ ਤਾਂ ਮੈਂ ਭੁੱਲ ਨਾ ਜਾਵਾਂ। ਬਿਲਕੁਲ। ਜਦੋਂ ਉਹਨਾਂ ਨੇ ਨਕਸ਼ੇ ਦੇ ਵਿੱਚ ਇੱਕ ਬਿੰਦੂ ਪਾਇਆ ਜੀ। ਤੇ ਬਿੰਦੂ ਪਾਇਆ ਤਾਂ ਉਹ ਆਂਦੇ ਆ ਵੀ ਦੱਸ ਭਈ ਤੇਰਾ ਘਰ ਕਿੱਥੇ ਹੈ। ਬਿਲਕੁਲ। ਪਰ ਉਹ ਦੱਸ ਨਹੀਂ ਸਕਿਆ। ਬਿੰਦੂ ਦੇ ਵਿੱਚ ਕਿੱਥੇ ਸੂ? ਮੈਂ ਬਿੰਦੂ ਇੱਥੇ ਜੋ ਬੜੇ ਦੁਨੀਆ ਰਹਿੰਦੀ ਹੈ ਇੱਥੇ, ਬਿਲਕੁਲ ਜੀ। ਇੱਥੇ ਵੱਡੇ ਧਨਾੜ ਰਹਿੰਦੇ ਨੇ। ਇਸ ਦੁਨੀਆ ਦੇ ਵਿੱਚ ਮੈਂ ਆਪਣਾ ਘਰ ਕਿਵੇਂ ਦੱਸ ਸਕਦਾ? ਬਿਲਕੁਲ ਜੀ। ਪਰ ਉਹ ਗੱਲ ਤੋਂ ਹਾਰ ਖਾ ਗਿਆ। ਬਿਲਕੁਲ ਜੀ। ਸਤਿਗੁਰੂ ਉਹਦੇ ਸੁਕਰਾਤ ਦਾ ਉਹਨੂੰ ਕਹਿਣਾ ਮੰਨਣਾ ਪੈ ਗਿਆ। ਉਹ ਆਪਣੇ ਆਪ ਸ਼ਰਮਸ਼ਾਰ ਹੋ ਗਿਆ ਬਿਲਕੁਲ ਜੀ। ਵੀ ਮੈਂ ਇਹ ਜਿਹੜੀ ਗੱਲ ਹੈ ਇਹ ਕੀਤੀ ਹੈ, ਇਹ ਗਲਤ ਕੀਤੀ ਹੈ। ਬਿਲਕੁਲ ਜੀ। ਇੱਥੇ ਭਲੀ ਤੋਂ ਭਲੀ ਰਾਜੇ ਵੀ, ਮਹਾਰਾਜੇ ਵੀ, ਜਿਨ੍ਹਾਂ ਦੇ ਹਾਥੀ ਸਨ, ਜਿਨ੍ਹਾਂ ਦੇ ਬੜੇ ਘੋੜੇ ਸਨ, ਜੀ। ਉਹ ਇਸ ਦੁਨੀਆ ਤੇ ਰਹਿ ਰਹੇ ਨੇ। ਜੀ। ਮੈਂ ਤਾਂ ਇੱਥੇ ਕੋਈ ਚੀਜ਼ ਨਹੀਂ ਗਾ। ਜੀ। ਬਿਲਕੁਲ ਜੀ। ਹਾਂਜੀ। ਜਤੀ ਜੋਗੀ, ਜਤੀ ਬ੍ਰਹਮਚਾਰੀ, ਜੀ। ਬੜੇ ਸ਼ਸਤਰਧਾਰੀ। ਜੀ। ਇਹ ਤਾਂ ਬੜੇ ਸ਼ਸਤਰਧਾਰੀ ਹੋਏ ਜਿਨ੍ਹਾਂ ਦੇ ਕੋਹਾਂ ਦੇ ਹੀ ਛਤਰ ਝੁਲਦਾ ਸੀ। ਬਿਲਕੁਲ ਜੀ। ਤੇ ਉਹ ਛਤਰ ਦੇ ਥੱਲੇ, ਛਾਇਆ ਦੇ ਥੱਲੇ ਹੀ ਚੱਲਦੇ ਸਨ। ਬੜੇ ਰਾਜੇ ਹੋਏ। ਬਿਲਕੁਲ। ਸੁਕਰਾਤ ਨੇ ਉਸ ਨੂੰ ਸਮਝਾਉਣਾ ਕੀਤਾ ਜੀ। ਵੀ ਤੂੰ ਭਈ ਇਹ ਜਿਹੜੀ ਹਉਮੈ ਹੈ ਜੀ। ਇਹਦਾ ਤਿਆਗ ਕਰ ਦੇ। ਬਿਲਕੁਲ ਜੀ। ਇਹਨੂੰ ਆਪਣੇ ਤੂੰ ਜਿਹੜਾ ਇਹ ਹਉਮੈ 'ਚ ਆਫਰਿਆ ਫਿਰਦਾ, ਇਹਦਾ ਫਰੇਵਾ ਜਿਹੜਾ ਇਹ ਲਾ ਦੇ। ਬਿਲਕੁਲ ਜੀ। ਹਾਂਜੀ। ਬਿਲਕੁਲ ਜੀ। ਦੇਖੋ ਦੋਸਤੋ, ਸਾਡੀ ਗੱਲਬਾਤ ਚੱਲ ਰਹੀ ਹੈ ਬਾਬਾ ਸੁਲੱਖਣ ਸਿੰਘ ਜੀ ਪੰਜਵੜ ਵਾਲੇ ਜਿਹੜੇ ਕਾਰ ਸੇਵਾ ਉੱਥੇ ਕਰਦੇ ਹੈਗੇ ਆ। ਅੱਜ ਸਾਡੇ ਸਟੂਡੀਓ 'ਚ ਬਰਾਜਮਾਨ ਹੈਗੇ ਆ। ਇਹਨਾਂ ਦਾ ਮੈਂ ਖਿਆਲ ਇੱਥੇ 3-4 ਦਿਨ ਦਾ ਇੱਥੇ ਇਹਨਾਂ ਦਾ ਠਹਿਰਾਓ ਹੈਗਾ। ਕੋਈ ਵੀ ਉਸ ਏਰੀਏ ਦੀ ਸੰਗਤ ਇਹਨਾਂ ਦੇ ਨਾਲ ਮਿਲਾਪ ਕਰਨੀ ਚਾਹੁੰਦੀ ਹੈਗੀ ਆ ਤੇ ਬਾਬਤ ਸਾਂਝ ਨੂੰ 416-419-7777 ਤੇ ਗੱਲਬਾਤ ਕੀਤੀ ਜਾ ਸਕਦੀ ਆ। ਜਿੱਥੇ ਤੁਸੀਂ ਉਹਨਾਂ ਨੂੰ ਮਿਲਣਾ ਹੈਗਾ, ਤੁਸੀਂ ਆਪਣੇ ਵਿਚਾਰ ਵਟਾਂਦਰੇ ਸਾਂਝੇ ਕਰਨੇ ਹੈਗੇ ਆ, ਜਾਂ ਕੋਈ ਉਸ ਏਰੀਏ ਵਿੱਚ ਕੋਈ ਡਿਵੈਲਪਮੈਂਟ ਹੋ ਰਹੀ ਹੈਗੀ ਆ ਉਹਦੇ ਬਾਰੇ ਕੋਈ ਗੱਲਬਾਤ ਕਰਨੀ ਹੈਗੀ ਤੇ ਬਾਬਤ ਸਾਂਝ ਜੀ ਨੂੰ ਤੁਸੀਂ 416-419-7777 ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਬਾਬਾ ਜੀ, ਆਪਣੀ ਗੱਲਬਾਤ ਚੱਲਦੀ ਹੈਗੀ ਆ। ਗੁਰੂ ਸਾਹਿਬ ਜਿਹੜੇ ਸਾਡੇ ਪਹਿਲੇ ਪਾਤਸ਼ਾਹ ਜਿਹੜੇ ਹੈਗੇ ਆ, ਉਹਨਾਂ ਨੇ ਸਾਡੇ ਲਈ ਇੱਕ ਬਹੁਤ ਵਧੀਆ ਇੱਕ ਕਿਸਮ ਦੇ ਫਿਲਾਸਫਰ ਸੀਗੇ, ਫਿਲਾਸਫਰ ਤੋਂ ਵੀ ਉੱਪਰ ਸੀਗੇ, ਜਿਨ੍ਹਾਂ ਨੇ ਇੱਕ ਕਿਰਤ ਕਰੋ ਵੰਡ ਛਕੋ ਦਾ ਸਾਡਾ ਇੱਕ ਨਾਅਰਾ ਲੱਗ ਦਿੱਤਾ ਜਿਹੜਾ ਹੈਗਾ। ਬਾਬਾ ਜੀ ਆਪ ਖੇਤੀ ਕਰਦੇ ਸੀਗੇ,
ਫਿਰ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਉਹਨਾਂ ਨੇ ਇੱਕ ਲੰਗਰ ਦੀ ਪ੍ਰਥਾ ਜਿਹੜੀ ਚਲਾਈ ਸੀਗੀ ਉਹਨਾਂ ਨੇ ਮਤਲਬ ਕਿਸੇ ਲਈ ਦਾਨ ਪੁੰਨ ਕਰਨ ਦੇ ਨਾਲੋਂ ਜਿਹੜਾ ਹੱਥੀਂ ਕਿਰਤ ਕਰਕੇ ਲੋਕਾਂ ਦੀ ਸੇਵਾ ਕਰਨੀ, ਇਹਨੂੰ ਬਹੁਤ ਉਹਨਾਂ ਨੇ ਪਹਿਲ ਦਿੱਤੀ ਹੈ। ਹੋਣਾ ਵੀ ਇਸੇ ਤਰ੍ਹਾਂ ਸਾਡੇ ਗੁਰਮਤ ਦੇ ਵਿੱਚ ਜੀ। 3 ਫਰਜ਼ ਨੇ। ਧਰਮ ਦੀ ਕਿਰਤ ਕਰਨੀ ਜੀ, ਮਨੁੱਖੀ ਫਰਜ਼ ਪੂਰੇ ਕਰਦਿਆਂ, ਸਮਾਜ ਵਿੱਚ ਵਿਚਰਦਿਆਂ, ਜੀ, ਸੰਸਾਰੀ ਗ੍ਰਸਤੀ ਜੀਵਨ ਜਿਉਂਦਿਆਂ ਜੀ, ਵਿੱਚ ਰਹਿ ਕੇ ਨਾਮ ਜਪਿਆ ਜਾਵੇ। ਬਿਲਕੁਲ। ਇਹ ਸਭ ਤੋਂ ਉੱਤਮ ਇਹ ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਪ੍ਰਥਾ ਚਲਾਈ। ਜੀ, ਦੂਸਰੀ ਧਰਮ ਦੀ ਕਿਰਤ, ਨਾਮ ਜਪਣਾ, ਵੰਡ ਛਕਣਾ ਜੀ, ਤੇ ਕਿਰਤ ਕਰਨੀ। ਹਾਂਜੀ, ਇਹ ਵੀ 3 ਥੰਮ ਨੇ ਸਾਡੇ। ਬਿਲਕੁਲ ਜੀ, ਹਾਂਜੀ। ਬਿਲਕੁਲ ਜੀ। ਤੇ ਜਿਹੜੀ ਕਿ ਉਹਨਾਂ ਨੂੰ ਜਿਹੜੇ ਕਿ ਉਹਨਾਂ ਨੇ ਇਹ ਵੀ ਦੱਸਿਆ ਹੈ ਵੀ ਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਤੁਹਾਡੇ ਹਿਰਦੇ 'ਚ ਵਸਦਾ ਹੈ। ਬਿਲਕੁਲ ਜੀ, ਉਹ ਦੂਰ ਨਹੀਂ ਹੈ। ਬਿਲਕੁਲ 100%। ਉਹ ਦੂਰ ਕਿਉਂ ਆ? ਅਸੀਂ ਹਉਮੈ ਜਿਹੜੀ ਸਾਡੇ ਨਾਲ ਬਹੁਤ ਤਗੜੀ ਚੰਬੜੀ ਹੋਈ ਹੈ, ਬਿਲਕੁਲ ਕੋਈ ਸ਼ੱਕ ਨਹੀਂ ਜੀ, ਇਸ ਨੂੰ ਦੂਰ ਨਹੀਂ ਕਰ ਸਕੇ। ਨਹੀਂ ਕਰ ਸਕਦੇ ਜੀ। ਜੇ ਇਹਨੂੰ ਦੂਰ ਕਰ ਲਈਏ ਤੇ ਬਹੁਤ ਚੰਗੀ ਗੱਲ ਹੈ, ਪਰ ਜੇ ਰੱਬ ਦਾ ਕੋਈ ਬੰਦਾ ਖਵਾ ਸਕਦਾ ਹੈ ਜੀ, ਉਹਨੂੰ ਆਪਣੀ ਤਾਂ ਹੀ ਖਵਾ ਸਕੇਗਾ, ਉਹਨੂੰ ਸਾਰੀ ਵਿਰੋਧਤਾ ਜਿਹੜੀ ਆਪਣੀ ਆ ਉਹ ਖਤਮ ਕਰਨੀ ਪਏਗੀ। ਉਹ ਆਪਣੇ ਹਿਰਦੇ ਵਿੱਚ ਤਾਂ ਹੀ ਬੈਠ ਸਕੇਗਾ। ਜੀ। ਗੁਰਮਤਿ ਕਹਿੰਦੀ ਹੈ ਸਭ ਕੁਝ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਭਲਾਈ। ਗੁਰ ਪ੍ਰਸਾਦੀ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੇ ਹਿਲੇ ਜੀ। ਫਿਰ ਹੋਰ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਜੰਗਲ ਜੰਗਲ ਕਿਆ ਪਵੇਂ, ਮਨ ਕੰਡਾ ਮੋੜੇ, ਅਸੀਂ ਰੱਬ ਹਾਲੀਏ ਜੰਗਲ ਕਿਆ ਢੂੰਡੇ। ਉਹਨਾਂ ਨੇ ਦੱਸ ਹੀ ਦਿੱਤਾ ਵੀ ਜੇ ਪ੍ਰਮਾਤਮਾ ਨੂੰ, ਕਾਲ ਪੁਰਖ ਨੂੰ ਵੇਖਣਾ ਹੈ ਤੇ ਆਪਣੇ ਹਿਰਦੇ ਵਿੱਚ ਧਿਆਨ ਕਰੋ। ਜਿਹੜੀ ਇਹ ਦੂਈ ਦਵੈਤ ਹੈ, ਇਹ ਜੇ ਤੁਹਾਡੇ ਹਿਰਦੇ ਘਰ ਵਿੱਚ ਵੜ ਜਾਂਦੀ ਹੈ ਤੇ ਨਾਮ ਸਿਮਰਨ ਦੇ ਨਾਲ ਜੁੜੋ, ਗੁਰੂ ਸ਼ਬਦ ਨਾਲ ਜੁੜੋ। ਬਿਲਕੁਲ ਜੀ। ਸਾਡੀਆਂ ਗੱਲਬਾਤਾਂ ਚੱਲ ਰਹੀਆਂ ਜੀ। ਬਾਬਾ ਸੁਲੱਖਣ ਸਿੰਘ ਜੀ ਕਾਰ ਸੇਵਾ ਵਾਲੇ ਜਿਹੜੇ ਕਿ ਪੰਜਵਾੜਾ ਡਿਸਟ੍ਰਿਕਟ ਤਰਨਤਾਰਨ ਤੋਂ ਸਾਡੇ ਅੱਜ ਸਟੂਡੀਓ ਵਿੱਚ ਬਿਰਾਜਮਾਨ ਹੋਏ ਆ। ਇਹਨਾਂ ਦਾ 3-4 ਦਿਨ ਦਾ ਇੱਥੇ ਫੇਰਾ ਹੈਗਾ। ਜੇ ਕੋਈ ਸਾਡੀ ਉਸ ਏਰੀਏ ਦੀ ਕੋਈ ਸੰਗਤ ਇਹਨਾਂ ਨਾਲ ਸੰਪਰਕ ਕਰਨਾ ਚਾਹੁੰਦੀ ਹੈਗੀ ਤੇ ਸਾਡੇ ਬੌਬ ਸਾਂ ਜੀ ਦਾ ਫੋਨ ਨੰਬਰ 416 419 7777 ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਗੱਲਾਂ ਬਾਤਾਂ ਸਾਡੀ ਗੁਰਬਾਣੀ ਦੇ ਵਿੱਚ ਬਾਬਾ ਜੀ ਦਾ ਬਹੁਤ ਆਪਾਂ ਮਤਲਬ ਉਮਰ ਬੰਦੇ ਲੰਘ ਜਾਂਦੀ ਆ, ਆਪਾਂ ਮਤਲਬ ਪੂਰਾ ਮਤਲਬ ਉੱਤੇ ਉਤਰ ਨਹੀਂ ਸਕਦੇ, ਕਿਉਂਕਿ ਗੁਰਬਾਣੀ ਵਿੱਚ ਸਾਨੂੰ ਇੱਕ ਐਸਾ ਲੈਸਨ ਮਿਲਿਆ ਹੈਗਾ, ਜੇ ਬੰਦਾ ਉਹਨਾਂ ਲੈਸਨ ਦੇ ਉੱਤੇ ਪਰਪੱਕ ਰਵੇ ਤਾਂ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਕਿਤੇ ਦੀ ਕਿਤੇ ਚਲੀ ਜਾਂਦੀ ਹੈਗੀ ਆ। ਸੋ ਸਾਡੇ ਇਹ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਇਹ ਸਾਡੀਆਂ ਗੁਰਬਾਣੀ ਦੇ ਆਧਾਰ 'ਤੇ ਗੱਲਾਂ ਹੈਗੀਆਂ। ਬਾਬਾ ਜੀ ਨੇ ਸਾਡੇ ਪੰਜਾਬੀ, ਸਾਡੀ ਸਿੱਖ ਕੌਮ ਦੇ ਵਿੱਚ ਇੱਕ ਇਹ ਬਹੁਤ ਵੱਡੀ ਧਾਰਨਾ ਪਾਈ ਜਾਂਦੀ ਹੈਗੀ ਆ। ਕਹਿੰਦੇ ਵੀ ਜੇ ਬਾਬਾ ਜੀ ਨੇ $20 ਦਾ ਰੁਪਈਆਂ ਦਾ ਇੱਕ ਲੰਗਰ ਲਾਇਆ ਸੀਗਾ, ਉਹ $20 ਜੇ ਬਾਬਾ ਜੀ ਨੇ ਉਸ ਸਮੇਂ ਖਰਚੇ ਸੀਗੇ, ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਪ੍ਰਥਾ ਚੱਲ ਰਹੀ ਹੈਗੀ ਆ। ਵਰਲਡ ਦੇ ਵਿੱਚ ਕਿਤੇ ਕ੍ਰਾਈਸਿਸ ਹੋਵੇ, ਸਾਡੀ ਸੰਗਤ ਜਿਹੜੀ ਜਾ ਕੇ ਉੱਥੇ ਆ ਕੇ ਸੇਵਾ ਕਰਦੀ ਹੈ ਜੀ। ਗੁਰੂ ਘਰਾਂ ਵਿੱਚ ਲੰਗਰ 24 ਜਦੋਂ ਮਰਜ਼ੀ ਦਾ ਉਸ ਨੂੰ ਕੁਛ ਨਾ ਕੁਛ ਖਾਣ ਨੂੰ ਜ਼ਰੂਰ ਮਿਲਦਾ ਜੀ। ਇਹ ਸਾਡੀ ਲੰਗਰ ਦੀ ਪ੍ਰਥਾ ਜਿਹੜੀ ਹੈਗੀ ਬਹੁਤ ਚੱਲਦੀ ਹੈਗੀ ਆ। ਜਿਵੇਂ ਪੰਜਵੜ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਾਰ ਸੇਵਾ ਚੱਲਦੀ ਹੈਗੀ। ਬਾਬਾ ਜੀ ਉਹਦੇ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ? ਹਾਂ, ਉੱਥੇ ਵੀ ਮੈਂ ਪਹਿਲਾਂ ਗੁਰਦੁਆਰਿਆਂ ਦੀ ਜਿਹੜੀਆਂ ਕਾਰ ਸੇਵਾ ਚਲਾਈਆਂ ਸਨ, ਚੱਲਦੀਆਂ ਸਨ, ਉਹ ਸਾਰੀਆਂ ਬਿਲਡਿੰਗਾਂ ਬਣਾ ਕੇ ਵਾਪਸ ਕਰ ਦਿੱਤੀਆਂ ਨੇ। ਹੁਣ ਗੁਰਦੁਆਰਾ ਸਾਹਿਬ ਪੰਜਵੜ ਦੇ ਵਿੱਚ ਦੀਵਾਨ ਹਾਲ, ਲੰਗਰ ਹਾਲ ਦੀ ਤੇ ਸਰਾਵਾਂ ਦੀ ਜਿਹੜੀ ਉਹ ਹੁਣ ਸੇਵਾ ਚੱਲ ਰਹੀ ਹੈ। ਸੇਵਾ ਚੱਲ ਰਹੀ ਹੈ, ਹਾਂਜੀ ਬਿਲਕੁਲ ਜੀ। ਇਸ ਸੰਬੰਧ ਵਿੱਚ ਕੋਈ ਤੁਸੀਂ ਕੋਈ ਸੇਵਾ ਪਾਉਣੀ ਹੈਗੀ ਆ ਤਾਂ ਬਾਬਾ ਜੀ ਨੂੰ ਤੁਸੀਂ ਇਸ ਮੈਂ ਤੁਹਾਨੂੰ ਇੱਕ ਨੰਬਰ ਵੀ ਤੁਹਾਨੂੰ ਡਿਸਕਲੋਜ਼ ਕਰਦਾ ਹੈਗੇ, ਤੁਹਾਡੇ ਸਕਰੀਨ ਦੇ ਉੱਤੇ ਆਊਗਾ ਤੁਹਾਡੇ ਕੋਲੇ 98 721 44 936 ਤੋਂ 98 721 44 936 ਜਿਹੜਾ ਇਹ ਇੰਡੀਆ ਦਾ ਪੰਜਾਬ ਦਾ ਨੰਬਰ ਹੈਗਾ। ਕਿਸੇ ਕਿਸਮ ਦੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈਗੀ ਹੈ ਜਾਂ ਬਾਬਾ ਜੀ ਨਾਲ ਤੁਸੀਂ ਇਸ ਟੋਰਾਂਟੋ ਫੇਰੀ ਦੇ ਉੱਤੇ ਸੰਪਰਕ ਕਰਨਾ ਚਾਹੁੰਦੇ ਹੈਗੇ ਤਾਂ ਬਾਬਾ ਜੀ ਦਾ ਨੰਬਰ ਤੁਹਾਨੂੰ 416 419 7777 ਤੇ ਜਿਹੜੀ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਕਿਉਂਕਿ ਸਾਡੀ ਇਹ ਸਿੱਖ ਮਰਜ਼ਾਦਾ, ਸਾਡੇ ਫਲਸਫਾ ਹੈਗਾ। ਅਸੀਂ ਜਿਵੇਂ ਧੰਨ ਧੰਨ ਬਾਬਾ ਜੀ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਵੀ ਗੱਲ ਕਿਹਾ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਅਸੀਂ ਸਾਰੇ ਕੰਮ ਕਰਦੇ ਹਾਂ ਜੀ। ਜਿਹੜਾ ਇਹ ਦਸਵੰਧ ਹੈ, ਜਿਹੜਾ ਸਾਨੂੰ ਸਿੱਖ ਪਰੰਪਰਾ ਵਿੱਚ ਵੀ ਇਹ ਦੱਸਿਆ ਗਿਆ ਵੀ ਅਸੀਂ ਦਸਵੰਧ ਕੱਢਣਾ ਹੈਗਾ। ਜੇ ਸਾਡਾ ਕੋਈ ਸਰੋਤਾ ਦਰਸ਼ਕ ਇਸ ਦਸਵੰਧ ਵਿੱਚ ਸੇਵਾ ਵਿੱਚ ਆਪਣਾ ਕੋਈ ਹਿੱਸਾ ਪਾਉਣਾ ਚਾਹੁੰਦਾ, ਤਿਲ ਫੁੱਲ ਪਾਉਣਾ ਚਾਹੁੰਦਾ ਤਾਂ ਡੈਫੀਨਿਟਲੀ 100% ਜੀ ਬਾਬਾ ਜੀ ਨਾਲ ਲੋਕਲ ਤੁਸੀਂ ਇੱਥੇ ਬਾਬਾ ਜੀ ਨਾਲ 416 419 7777 ਤੇ ਗੱਲਬਾਤ ਕਰ ਸਕਦੇ ਹੋ। ਜਾਂ ਤੁਸੀਂ ਇੰਡੀਆ ਦਾ ਨੰਬਰ ਲੈਣਾ ਹੈਗਾ ਤਾਂ 98 721 44 936 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਦੇ ਪ੍ਰੋਗਰਾਮ 'ਚ ਆਪਾਂ ਥੋੜੀ ਹੋਰ ਗੱਲ ਕਰਕੇ ਬਾਬਾ ਜੀ ਜਾਂਦੇ ਜਾਂਦੇ ਆਪਾਂ ਹੋਰ ਕੀ ਗੱਲ ਕਰਨੀ ਚਾਹੁੰਦੇ ਹਾਂ, ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਾਡੀ ਸਾਰਾ ਸੰਗਤ ਨੂੰ ਜਿਹੜੇ ਇੱਥੇ ਤੁਹਾਡੇ ਏਰੀਆ ਵਿੱਚ ਹੁੰਦੇ ਆ? ਦਰਅਸਲ ਜੀ ਬਾਣੀ ਨਾਲ ਜੁੜਨਾ ਚਾਹੀਦਾ ਹੈ ਜੀ। ਜਿਹੜੀ ਸਾਡੀ ਦੂਈ ਦਵੈਤ ਹੈ,
ਇਹ ਹਿਰਦੇ ਚੋਂ ਖਤਮ ਹੋ ਜਾਣੀ ਚਾਹੀਦੀ ਹੈ। ਬਿਲਕੁਲ ਜੀ, ਅਸੀਂ ਪਰਮਾਤਮਾ ਦੇ ਨੇੜੇ ਹੋ ਸਕਦਾ। ਬਿਲਕੁਲ ਜੇ ਜੀ। ਤੁਹਾਨੂੰ ਕਿਸੇ ਨੇ ਠੁੱਡ ਮਾਰਿਆ ਹੈ ਜੀ ਤੇ ਤਾਂ ਵੀ ਉਸ ਨੂੰ ਜੇ ਤੁਸੀਂ ਰੱਬ ਨਾਲ ਜੁੜਨਾ ਚਾਹੁੰਦੇ ਹੋ ਜੀ। ਤੇ ਉਸ ਨੂੰ ਮਨ ਨੂੰ ਭੁਲਾਉਣਾ ਚਾਹੀਦਾ। ਬਿਲਕੁਲ ਆ ਜੀ। ਤੁਹਾਡਾ ਹਿਰਦਾ ਸਵੱਛ ਹੋਣਾ ਚਾਹੀਦਾ, ਬਿਲਕੁਲ ਜੀ। ਸ਼ੁੱਧ ਹੋਣਾ ਚਾਹੀਦਾ। ਬਿਲਕੁਲ ਜੇ ਤੁਸੀਂ ਸ਼ੁੱਧ ਨਹੀਂ ਤੇ ਰੱਬ ਨੂੰ ਪ੍ਰਾਪਤੀ ਨਹੀਂ ਕਰ ਸਕਦੇ। ਬਿਲਕੁਲ ਜੀ। ਗੁਰਬਾਣੀ ਪੜ੍ਹਨ ਦਾ ਨਿਤਨੇਮ ਕਰਨਾ, ਸਵੇਰੇ ਉੱਠਣਾ, ਗੁਰੂ ਸ਼ਬਦ ਜੁੜਨਾ, ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਹਾਂਜੀ, ਬਾਣੀ ਜਿਹੜੀ ਇੱਕ ਸਾਡੀ ਹੈ, ਇਹ ਜੀਵਨ ਜਿਹੜਾ ਹੈ ਸਾਡਾ ਬਹੁਤ ਸਾਫ ਸੁਥਰਾ ਬਣਾ ਦਿੰਦੀ ਹੈ, ਉੱਚਾ ਸੁੱਚਾ ਬਣਾ ਦਿੰਦੀ ਹੈ, ਰਹਿਣੀ ਬਹਿਣੀ ਸੁੱਚੀ ਬਣਾ ਦਿੰਦੀ ਹੈ, ਬਿਲਕੁਲ ਜੀ। ਸਾਰਾ ਕੁਝ ਠੀਕ ਹੋ ਜਾਂਦਾ ਹੈ। ਬਿਲਕੁਲ ਜੀ, 100% ਜੀ ਤੁਹਾਡੀ ਗੱਲ ਬਹੁਤ ਵਾਜਬ ਹੈਗੀ ਆ, ਕਿਉਂਕਿ ਸਾਨੂੰ ਇਹ ਸਿੱਖਿਆਵਾਂ ਤਾਂ ਸਾਨੂੰ ਬਹੁਤ ਮਿਲਦੀਆਂ ਹੈਗੀਆਂ, ਪਰ ਅਸੀਂ ਜੇ ਮੈਂ ਆਪਣੇ ਤੇ ਵੀ ਢਾਲਾਂ ਤਾਂ ਅਸੀਂ ਉਹਨਾਂ ਤੇ ਪਰਪੱਕ ਨਹੀਂ ਉਤਰਦੇ। ਗੁਰਬਾਣੀ ਨੂੰ ਪੜ੍ਹਨਾ ਤਾਂ ਬਹੁਤ ਜ਼ਰੂਰੀ ਹੈ, ਪਰ ਉਸ ਤੋਂ ਜ਼ਰੂਰੀ ਹੈਗਾ ਗੁਰਬਾਣੀ ਨੂੰ ਵਿਚਾਰਨਾ। ਜੇ ਅਸਾਂ ਬਾਣੀ ਨੂੰ ਪੜ੍ਹ ਕੇ ਜੇ ਅਸੀਂ ਨੂੰ ਵਿਚਾਰਦੇ ਹੈਗੇ ਤਾਂ ਮੇਰਾ ਹਿਸਾਬ ਨਹੀਂ ਕਿ ਜ਼ਿੰਦਗੀ ਦੇ ਵਿੱਚ ਕੋਈ ਐਸਾ ਬੰਦਾ ਹੋਊਗਾ ਜਿਹੜਾ ਉਹ ਆਪਣੇ ਸਿੱਧੇ ਰਾਹ ਤੇ ਨਹੀਂ ਆ ਸਕਦਾ। ਸੋ ਗੁਰਬਾਣੀ ਦੇ ਵਿੱਚ ਸਾਡੇ ਕੋਲੇ ਘਰ ਦੀ ਗ੍ਰਸਤੀ ਦੇ ਕਾਰੋਬਾਰ ਬਾਰੇ ਸਾਰੀਆਂ ਸਾਡੇ ਗੁਰੂਆਂ ਨੇ, ਪਹਿਲੇ ਗੁਰੂ ਤੋਂ ਲੈ ਕੇ ਸਾਡੇ 10ਵੇਂ ਪਾਤਸ਼ਾਹ ਤੱਕ ਜੋ ਵੀ ਗੁਰਬਾਣੀ ਸਾਡੀ ਰਚੀ ਹੈਗੀ, ਸਾਡੇ ਕੋਲ ਧਰਮ ਗ੍ਰੰਥ ਸਾਡੇ ਕੋਲ ਪਏ ਹੈਗੇ। ਜੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਬੈਠ ਕੇ ਵਾਚ ਕੇ ਇਹਨਾਂ ਚੰਗੀ ਤਰ੍ਹਾਂ ਘੋਖੀਏ, ਇਹਨਾਂ ਤੇ ਪੜਤਾਲ ਕਰੀਏ, ਜਾਂ ਇਹਨਾਂ ਨੂੰ ਆਪਾਂ ਵਿਚਾਰ ਕੇ ਬੈਠ ਕੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਆਪਾਂ ਜੇ ਧਾਰਨੀ ਬਣੇਗਾ ਤਾਂ ਮੇਰੇ ਖਿਆਲ ਬੰਦਾ ਇੱਕ ਫੁੱਲ ਫਲੇਜ ਇਨਸਾਨ ਬਣ ਸਕਦਾ ਜੀ। ਸੰਸਾਰੀ ਲੋਕਾਂ ਦੀ ਗੁਰਬਾਣੀ ਜਿਹੜੀ ਹੈ ਸਾਰਾ ਕੁਝ ਸਾਫ਼ ਕਰ ਦਿੰਦੀ ਹੈ। ਦੁੱਖ ਦਲਿੱਦਰ, ਹਾਂਜੀ, ਝਗੜੇ ਬਖੇੜੇ ਸਭ ਉਹ ਨਾਸ਼ ਕਰ ਦਿੰਦੀ ਹੈ ਜੀ। ਬਿਲਕੁਲ, ਉਹ ਸਾਫ਼ ਸੁਥਰਾ ਇਨਸਾਨ ਨੂੰ ਜੀਵਨ ਜਿਉਣਾ ਦੱਸਦੀ ਹੈ ਵੀ ਤੁਸੀਂ ਆਪਣਾ ਜੀਵਨ ਇਸ ਢੰਗ ਨਾਲ ਜੀਓ। ਸਾਨੂੰ ਗੁਰਬਾਣੀ ਤੇ ਦੂਈ ਦਵੈਤ ਦਾ ਤੇ ਦੱਸਦੀ ਨਹੀਂ ਵੀ ਤੁਸੀਂ ਦੂਈ ਦਵੈਤ ਕਿਸੇ ਨਾਲ ਕਰੋ, ਕੋਈ ਠੱਗੀ ਮਾਰੋ, ਕੋਈ ਚੋਰੀ ਕਰੋ, ਧੋਖਾ ਕਰੋ। ਇਹ ਤਾਂ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ। ਬਿਲਕੁਲ ਪਰਮਾਤਮਾ ਦੇ ਨਾਲ ਜੇ ਜੁੜਨਾ, ਉਹਦਾ ਸਿਮਰਨ ਕਰਨਾ। ਸਿਮਰਨ ਤਾਂ 24 ਘੰਟੇ ਜਦੋਂ ਮਰਜ਼ੀ ਆਪਣੇ ਅਕਾਲ ਪੁਰਖ ਵਾਹਿਗੁਰੂ ਨਾਲ ਜਿਹੜੀ ਜਦੋਂ ਇੱਕ ਚੱਲ ਪੈਂਦਾ ਹੈ, ਉਹਦਾ ਧਿਆਨ ਚੱਲ ਪੈਂਦਾ, ਧਿਆਨ ਟੁੱਟਦਾ ਹੀ ਨਹੀਂ। ਧਿਆਨ ਉਦੋਂ ਟੁੱਟਦਾ ਜਦੋਂ ਤੁਸੀਂ ਕੋਈ ਗਲਤ ਤੁਹਾਡੇ ਹਿਰਦੇ ਸੋਚ ਆ ਜਾਂਦੀ ਹੈ, ਵਿਚਾਰ ਆ ਜਾਂਦੀ ਹੈ। ਉਹ ਤੁਹਾਡੀ ਜਦੋਂ ਤੁਸੀਂ ਗਲਤ ਕੰਮ ਕਰੋਗੇ ਤੁਸੀਂ ਹਿਰਦੇ ਆਪਣੇ ਘਰ ਟਿਕ ਹੀ ਨਹੀਂ ਸਕੋਗੇ। ਬਿਲਕੁਲ ਜੀ। ਅਸੀਂ ਆਪਣੇ ਹਿਰਦੇ ਘਰ ਨੂੰ ਤਲਾਕ ਦਿੱਤਾ ਹੋਇਆ ਜੀ। ਬਿਲਕੁਲ ਜੀ। ਆਪਣੇ ਅੰਦਰ ਬੈਠਦੇ ਹੀ ਨਹੀਂ ਬੈਠਦੇ। ਜੇ ਅਸੀਂ ਆਪਣੇ ਇਸ ਮਕਾਨ ਦੇ ਅੰਦਰ ਹਿਰਦੇ ਘਰ ਆਪਣੇ ਧਿਆਨ ਨੂੰ ਲੈ ਕੇ ਬੈਠ ਜਾਈਏ, ਆਪਣੇ ਅੰਦਰ ਬੈਠ ਜਾਈਏ ਜੀ, ਤੇ ਸਾਰੇ ਹੀ ਚੋਰ ਭੱਜ ਜਾਂਦੇ ਆ। ਬਿਲਕੁਲ ਜੀ। 100 ਤੁਹਾਡੇ ਚੋਰ ਨਹੀਂ ਰਹਿੰਦਾ ਅੰਦਰ। ਬਿਲਕੁਲ ਜੀ। ਤੇ ਪਰ ਅਸੀਂ ਉਹ ਤਿਆਰੀ ਨਹੀਂ ਕਰਦੇ ਵੀ ਸਾਡੇ ਅੰਦਰ ਚੋਰ ਵੜ ਗਿਆ ਤੇ ਅਸੀਂ ਗੁਰੂ ਸ਼ਬਦ ਨਾਲ ਜੁੜ ਜਾਈਏ। ਦੇਖੋ ਫਿਰ ਵੀ ਬੰਦਾ ਬਾਹਰ ਲੱਭਣ ਦੀ ਕੋਸ਼ਿਸ਼ ਕਰਦਾ, ਉਹਨੂੰ ਪਤਾ ਵੀ ਮੇਰੇ ਅੰਦਰ ਚੋਰ ਬੈਠਾ ਹੈਗਾ, ਮੈਂ ਇਹਨੂੰ ਬਾਹਰ ਕੱਢਣਾ ਭਾਈ। ਆਹ ਤਰੀਕਾ ਮੇਰੇ ਸਾਹਮਣੇ ਪਿਆ, ਗੁਰਬਾਣੀ ਪਈ ਆ, ਆਹ ਸ਼ਬਦ ਪਿਆ, ਇਹਨੂੰ ਮੈਂ ਪੜ੍ਹ ਕੇ ਇਸ ਚੋਰ ਨੂੰ ਕਿਵੇਂ ਨਾ ਕਿਵੇਂ ਬਾਹਰ ਕੱਢ ਸਕਦਾ 100%। ਪਰ ਉਹ ਬੰਦਾ ਉਹ ਨਹੀਂ ਕਰਦਾਗਾ। ਫਿਰ ਵੀ ਅੱਜ ਕੱਲ੍ਹ ਸਾਡੇ ਸਮਾਜ ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਪਰੰਪਰਾ, ਜਿਹੜੀ ਮੈਂ ਤਾਂ ਇਸ ਨੂੰ ਇੱਕ ਅਲਾਮਤ ਸਮਝਦਾ ਜੀ, ਜਿਹੜੇ ਲੋਕ ਧਾਗੇ ਤਵੀਤਾਂ ਦੇ ਵਿੱਚ ਜਾ ਕੇ ਉਹਨਾਂ ਗੱਲਾਂ ਨੂੰ ਕਰਦੇ ਹੈਗੇ ਆ। ਇਸ ਕਰਕੇ ਗੁਰਬਾਣੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੰਤਰ, ਮੂਲ ਮੰਤਰ ਸਾਡੇ ਕੋਲ ਗੁਰਬਾਣੀ ਵਿੱਚ ਪਿਆ। ਜੇ ਬੰਦਾ ਇਨਸਾਨ ਉਸ ਮੂਲ ਮੰਤਰ ਨੂੰ ਗੁਰਬਾਣੀ ਵਿੱਚ ਪੜ੍ਹ ਕੇ ਉਹਨੂੰ ਅਕੰਠ ਕਰਦਾ ਹੈਗਾ, ਉੱਤੇ ਵਿਚਾਰ ਕਰਦਾ, ਤਾਂ ਮੇਰੇ ਖਿਆਲ ਬੰਦੇ ਨੂੰ ਧਾਗੇ ਤਵੀਤਾਂ ਵੱਲ ਜਾਣ ਦੀ ਲੋੜ ਨਹੀਂ। ਗੁਰਬਾਣੀ ਇੱਕ ਐਸੀ ਚੀਜ਼ ਹੈ, ਇਹ ਸਾਰਿਆਂ ਦਾ ਨਾਸ਼ ਕਰਦੀ ਹੈ। ਬਿਲਕੁਲ ਜੀ। ਬਸ ਸਾਫ਼ ਹੋ, ਸੁਥਰੇ ਹੋ, ਗੁਰਬਾਣੀ ਪੜ੍ਹੋ ਜੀ। ਇਹਨਾਂ ਚੀਜ਼ਾਂ ਦੀ ਤੁਹਾਨੂੰ ਲੋੜ ਹੀ ਨਹੀਂ ਜੀ। ਤੁਸੀਂ ਗਲਤ ਰਾਹ ਜਾਓਗੇ ਜੀ, ਇੱਕ ਗਲਤ ਰਾਹ ਜਾਓਗੇ 10 ਵਾਰੀ ਜਾਓਗੇ। 100% ਇੱਕ ਝੂਠ ਬੋਲੋਗੇ 100 ਵਾਰ ਝੂਠ ਬੋਲੋਗੇ, ਫਿਰ ਝੂਠ ਦਾ ਝੂਠ ਰਹਿਣਾ। ਬਿਲਕੁਲ ਜੀ। ਗੁਰਬਾਣੀ ਇੱਕ ਜੀਵਨ ਸਾਫ਼ ਸੁਥਰਾ ਬਣਾ ਦਿੰਦੀ ਹੈ, ਜਿਹੜਾ ਗੁਰਮਤ ਅਨੁਸਾਰ ਜੀ। ਜੇ ਤੁਸੀਂ ਗੁਰਬਾਣੀ ਨਾਲ ਜੁੜੇ ਹੋਏ ਹੋ ਜੀ, ਬਿਲਕੁਲ ਤੁਸੀਂ ਜੁੜੇ ਹੋਏ। ਮੈਂ ਇੱਕ ਮਹਾਤਮਾ ਦੀ ਗੱਲ ਹੈ ਜੀ, ਤੇ ਮਹਾਤਮਾ ਕਹਿੰਦਾ ਤੁਸੀਂ ਕਿਵੇਂ ਮੇਰੇ ਕੋਲ ਆ ਗਏ ਹੋ ਜੀ। ਜੀ ਉਹ ਆਂਦਾ ਜੀ ਤੁਸੀਂ ਮੇਰੇ ਕੋਲ ਪਹੁੰਚ ਨਹੀਂ ਸਕਦੇ, ਕਿਵੇਂ ਪਹੁੰਚ ਗਏ ਹੋ? ਤੇ ਉਹਨਾਂ ਨੇ ਮੈਂ ਨਾ ਕੀ ਲੈਣਾ ਜੀ, तो आंदे मेरे को सानू महात्मा अगे आंदे तुसी किसी महात्मा दे मत्थे लग गए हो जिस कारण तुसी बच गए हो। बच गए बिल्कुल बिल्कुल जेड़ा गुरसिख है रब नाल जुड़िया होवे जी ते जे ओदे मस्तक ते ओदे मत्थे भी लग जाए तां भी कारज हो जाते वो भावें कुछ भी ना बोले मुंह तो। बिल्कुल साडी गुरबाणी विच इतनी वड्डी ताकत है, बिल्कुल जी एडी वड्डी बख्शिश है। बिल्कुल जी हाँ जी। सो साडी दोस्तों ਇਹ ਜਿਹੜੀ ਵਿਚਾਰਧਾਰਾ ਗੁਰਬਾਣੀ ਦੀ ਬਹੁਤ ਲੰਬੀ ਜਾ ਸਕਦੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਸੀਗੇ ਬਾਬਾ ਜੀ ਸ਼੍ਰੀ ਸੁਲੱਖਣ ਸਿੰਘ ਜੀ ਕਾਰ ਸੇਵਾ ਵਾਲੇ ਜਿਹੜੇ ਕਿ 5 ਵਰਡ
ਡਿਸਟ੍ਰਿਕਟ ਤਰਨਤਾਰਨ ਤੋਂ ਸਾਡੇ 'ਚ ਬਰਾਜੇ ਸੀਗੇ। ਕਿਸੇ ਵੀ ਸਾਡੇ ਸਰੋਤੇ ਦਰਸ਼ਕ ਨੇ ਸਾਡੇ ਨੇ ਬਾਰੇ ਇੱਕ ਗੱਲਬਾਤ ਕਰਨੀ ਹੈਗੀ ਆ, ਬਾਬਾ ਜੀ ਨੂੰ ਮਿਲਣਾ ਹੈਗਾ, ਤਾਂ ਮੈਂ ਬੌਬ ਜੀ ਦਾ ਨੰਬਰ ਦਿੰਦਾ ਜੀ 416 419 7777 ਤੇ ਤੁਸੀਂ ਆਪਣਾ ਟਾਈਮ ਲੈ ਸਕਦੇ ਇਹਨਾਂ ਨਾਲ। ਜਾਂ ਕੋਈ ਪੰਜਾਬ ਦੇ ਵਿੱਚ ਤੁਸੀਂ ਕੋਈ ਪੰਜਵੜ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਕਾਰ ਸੇਵਾ ਚੱਲ ਰਹੀ ਹੈਗੀ ਆ, ਦੀਵਾਨ ਦੀ ਚੱਲ ਰਹੀ ਹੈਗੀ ਆ, ਲੰਗਰ ਦੀ ਸੇਵਾ ਚੱਲ ਰਹੀ ਹੈ, ਉਸ ਵਿੱਚ ਤੁਸੀਂ ਆਪਣਾ ਕੋਈ ਦਸਵੰਧ ਪਾਉਣਾ ਚਾਹੁੰਦੇ ਹੈਗੇ ਆ, ਜਾਂ ਬਾਬਾ ਜੀ ਨਾਲ ਕੋਈ ਗੱਲਬਾਤ ਕਰਕੇ ਵਿਚਾਰ ਸਾਂਝਾ ਕਰਨਾ ਚਾਹੁੰਦੇ ਹਾਂ, ਤਾਂ ਮੈਂ ਉਹਨਾਂ ਦਾ ਪੰਜਾਬ ਦਾ ਜਿਹੜਾ ਨੰਬਰ ਹੈਗਾ 98721 44936 ਤੇ 98721 44936 ਤੇ ਇਹਨਾਂ ਨਾਲ ਗੱਲਬਾਤ ਕੀਤੀ ਸਕਦੀ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਲੈ ਕੇ ਅਸੀਂ ਖਿਮਾ ਦੇ ਜਾਚ ਚਾਹੁੰਦੇ ਹੈਗੇ, ਤੇ ਜਾਂਦੇ ਜਾਂਦੇ ਸੀ ਬਾਬਾ ਜੀ ਆਪਾਂ ਇੱਕ ਵਾਰੀ ਫਤਿਹ ਬੁਲਾ ਦਈਏ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।